TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਖਬਰਾਂ ਕੁਝ ਘਟਨਾਵਾਂ ਦਾ ਜ਼ਿਕਰ ਕਰੀਏ। ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਅੱਧੇ ਤੋਂ ਜ਼ਿਆਦਾ ਇਲਾਕਿਆਂ ਤੇ ਕੀਤਾ ਕਬਜ਼ਾ। ਬਰਤਾਨੀਆ ਵਿੱਚ ਚੱਲੀ ਗੋਲੀ, ਹਮਲਾਵਰ ਸਮੇਤ 6 ਮੌਤਾਂ। ਅਮਰੀਕਾ ਨੇ ਕਰੋਨਾ ਵੈਕਸੀਨ ਦੀ ਤੀਸਰੀ ਡੋਜ਼ ਭਾਵ ਬੂਸਟਰ ਡੋਜ਼ ਨੂੰ ਦਿੱਤੀ ਮਨਜ਼ੂਰੀ। ਕੈਨੇਡਾ ਵਿੱਚ ਬੀਤੇ ਦਿਨੀ ਕਤਲ ਕੀਤੇ ਗਏ ਨੌਜਵਾਨ ਦੀ ਪਹਿਚਾਣ ਇੱਕ ਪੰਜਾਬੀ ਨੌਜਵਾਨ ਵਜੋਂ ਹੋਈ। ਸੁਖਵੀਰ ਦੇ ਦਾਅਵੇ ਦਾ ਗ੍ਰਹਿ ਮੰਤਰਾਲੇ ਨੇ ਭੰਨਿਆ ਭਾਂਡਾ। ਪਠਾਨਕੋਟ 에ਅਰਬੇਸ ਤੇ ਹਮਲੇ ਦਾ ਸੱਚ ਆਇਆ ਬਾਹਰ। ਘਰ ਦੇ ਭੇਤੀਆਂ ਨੇ ਢਾਹੀ ਸੀ ਲੰਕਾ ਅਤੇ ਕੁਝ ਹੋਰ ਜਾਣਕਾਰੀਆਂ। ਦੋਸਤੋ ਅੱਜ ਦੇ ਪ੍ਰੋਗਰਾਮ ਦੌਰਾਨ ਇਹ ਸਾਰਾ ਕੁਝ ਵਿਚਾਰਿਆ ਜਾਏਗਾ। ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਕੱਲੀ ਖਬਰ ਦੀ ਸਾਰ ਲਈਏ। ਇਕੱਲੀ ਘਟਨਾ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਤੁਹਾਨੂੰ ਅਫਗਾਨਿਸਤਾਨ ਲੈ ਕੇ ਚੱਲਦੇ ਹਾਂ। ਅਫਗਾਨਿਸਤਾਨ ਦੇ ਵਿੱਚ ਸਥਿਤੀ ਇਸ ਵਕਤ ਬਹੁਤ ਨਾਜ਼ੁਕ ਬਣੀ ਹੋਈ ਹੈ। ਅਫਗਾਨਿਸਤਾਨ ਦੇ ਵਿੱਚ ਦਰਅਸਲ ਜਿਹੜੇ ਤਾਲਿਬਾਨ ਨੇ ਬੜੀ ਤੇਜ਼ੀ ਦੇ ਨਾਲ ਉੱਥੋਂ ਦੇ ਪ੍ਰਮੁੱਖ ਸ਼ਹਿਰਾਂ ਤੇ ਕਬਜ਼ੇ ਕਰਦੇ ਜਾ ਰਹੇ ਹੈ। ਜਿਹੜੀ ਤਾਜ਼ਾ ਜਾਣਕਾਰੀ ਮਿਲ ਰਹੀ ਹੈ ਉਹਦੇ ਮੁਤਾਬਕ ਤਾਲਿਬਾਨ ਰਾਜਧਾਨੀ ਕਾਬਲ ਤੋਂ ਸਿਰਫ 50 ਕਿਲੋਮੀਟਰ ਕੁਝ ਘੰਟੇ ਪਹਿਲਾਂ ਪਿੱਛੇ ਰਹਿ ਗਏ ਸੀ। ਹੋ ਸਕਦਾ ਹੁਣ 50 ਤੋਂ ਵੀ ਇਹ ਵਿੱਥ ਘਟ ਗਈ ਹੋਵੇ। ਇਸ ਦੇ ਨਾਲ ਹੀ ਤਾਲਿਬਾਨ ਨੇ ਅਫਗਾਨਿਸਤਾਨ ਦੇ 34 ਦੇ ਵਿੱਚੋਂ 19 ਸੂਬੇ ਅਤੇ ਉਹਨਾਂ ਦੀਆਂ ਰਾਜਧਾਨੀਆਂ ਤੇ ਮੁਕੰਮਲ ਕਬਜ਼ਾ ਕਰ ਲਿਆ। ਜਾਣਕਾਰੀ ਦੇ ਅਨੁਸਾਰ ਜਿਹੜੇ ਤਾਲਿਬਾਨ ਦੇ ਲੜਾਕੇ ਨੇ ਕਾਬਲ ਦੀ ਸਰਹੱਦ ਨਾਲ ਲੱਗੀ ਲੋਗਾਰ ਦੀ ਸੂਬਾ ਰਾਜਧਾਨੀ ਫੂਲੇ ਆਲਮ ਵਿੱਚ ਵੀ ਦਾਖਲ ਹੋ ਚੁੱਕੇ ਹੈ ਅਤੇ ਇਹ ਰਾਜਧਾਨੀ ਕਾਬਲ ਤੋਂ ਜਿਸ ਤਰ੍ਹਾਂ ਮੈਂ ਦੱਸ ਰਿਹਾ ਸਿਰਫ 50 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਲਗਭਗ 2 ਘੰਟੇ ਉਹਨਾਂ ਨੂੰ ਲੱਗ ਸਕਦਾ ਜੇਕਰ ਕਾਬਲ ਪਹੁੰਚਣਾ ਹੋਵੇ। ਹੋ ਸਕਦਾ ਜਦੋਂ ਤੱਕ ਤੁਸੀਂ ਇਹ ਖਬਰ ਸੁਣੋ ਉਦੋਂ ਤੱਕ ਉਹ ਕਾਬਲ ਦੇ ਹੋਰ ਨੇੜੇ ਪੁੱਜ ਚੁੱਕੇ ਹੋਣ। ਤੇ ਇਹਦੇ ਤੋਂ ਪਹਿਲਾਂ ਸ਼ੁੱਕਰਵਾਰ ਵਾਲੇ ਦਿਨ ਤਾਲਿਬਾਨਾਂ ਨੇ ਕੰਧਾਰ ਅਤੇ ਲਸ਼ਕਰਗਾਹ ਤੇ ਵੀ ਕਬਜ਼ਾ ਕਰ ਲਿਆ ਸੀ। ਇਹਨਾਂ ਸਥਾਨਾਂ ਨੂੰ ਵੀ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਤੇ ਕਾਬਲ ਦੇ ਵਿੱਚ ਜਿਹੜਾ ਇਸ ਵਕਤ ਮਾਹੌਲ ਹੈ ਉਹ ਕਾਫੀ ਤਣਾਅ ਵਾਲਾ ਹੈ, ਭੱਜ ਦੌੜ ਵਾਲਾ ਦੱਸਿਆ ਜਾ ਰਿਹਾ ਹੈ। ਉੱਥੇ ਰਹਿਣ ਵਾਲੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਕਰੀਏ ਕੀ ਜਾਂ ਅੱਗੇ ਕੀ ਹੋਣ ਵਾਲਾ ਹੈ। ਰਾਸ਼ਟਰਪਤੀ ਅਸ਼ਰਫ ਗਨੀ ਨੇ ਕੋਈ ਕਹਿੰਦਾ ਕਿ ਅਸਤੀਫਾ ਦੇ ਦੇਣਾ, ਕੋਈ ਕਹਿੰਦਾ ਨਹੀਂ ਕਿ ਤਾਲਿਬਾਨਾਂ ਦੇ ਨਾਲ ਮੁਕਾਬਲਾ ਕਰੂਗਾ। ਪਰ ਜਾਣਕਾਰੀ ਮਿਲੀ ਹੈ ਕਿ ਤਾਲਿਬਾਨਾਂ ਨੇ ਸ਼ੁੱਕਰਵਾਰ ਦੀ ਸ਼ਾਮ ਤੱਕ ਅਫਗਾਨਿਸਤਾਨ ਦੇ 19 ਸੂਬਿਆਂ ਅਤੇ ਉਹਨਾਂ ਦੀਆਂ ਰਾਜਧਾਨੀਆਂ ਨੂੰ ਆਪਣੇ ਕਬਜ਼ੇ ਅਧੀਨ ਕਰ ਲਿਆ ਸੀ। ਤੇ ਦੂਸਰੇ ਪਾਸੇ ਰਾਜਧਾਨੀ ਕਾਬਲ ਦੇ ਵਿੱਚ ਸਰਕਾਰ ਅਤੇ ਫੌਜ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਨੇ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਸੁਰੱਖਿਆ ਅਧਿਕਾਰੀਆਂ ਦੇ ਨਾਲ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਉੱਚ ਪੱਧਰੀ ਹਾਈ ਲੈਵਲ ਦੀ ਮੀਟਿੰਗ ਵੀ ਕੀਤੀ ਹੈ। ਤੇ ਇਸ ਮੀਟਿੰਗ ਤੋਂ ਬਾਅਦ ਜਿਹੜੀਆਂ ਇਹ ਅਫਵਾਹਾਂ ਨੇ ਜਾਂ ਇਹ ਦੰਦ ਕਥਾ ਹੈ ਕਿ ਉਹ ਆਪਣਾ ਅਸਤੀਫਾ ਦੇ ਦੇਣਗੇ, ਸੱਤਾ ਤੋਂ ਲਾਂਭੇ ਹੋ ਜਾਣਗੇ, ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਰੋਕ ਲਾ ਦਿੱਤੀ ਹੈ। ਆਪਣੀ ਇਸ ਮੀਟਿੰਗ ਤੋਂ ਬਾਅਦ ਉਹਨਾਂ ਨੇ ਆਖ ਦਿੱਤਾ ਹੈ ਕਿ ਉਹ ਅਸਤੀਫਾ ਨਹੀਂ ਦੇਣਗੇ, ਤਾਲਿਬਾਨਾਂ ਦੇ ਨਾਲ ਮਜ਼ਬੂਤੀ ਨਾਲ ਲੜਨਗੇ। ਤੇ ਉਹਨਾਂ ਨੂੰ ਇਹ ਵੀ ਦੱਸਦੇ ਆ ਕਿ ਪਾਕਿਸਤਾਨ ਹੈ ਨਾ ਜਿਹੜਾ ਉਹਦਾ ਗੁਆਂਢੀ ਮੁਲਕ ਹੈ, ਉਹ ਵੀ ਲਗਭਗ ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਨੇ ਉਹ ਅਫਗਾਨਿਸਤਾਨ ਦੇ ਰਾਸ਼ਟਰਪਤੀ ਤੋਂ ਲਗਭਗ ਇਸੇ ਤਰ੍ਹਾਂ ਦੀ ਮੰਗ ਕਰ ਰਹੇ ਨੇ। ਇਮਰਾਨ ਖਾਨ ਹੋਰਾਂ ਨੇ ਕਿਹਾ ਕਿ ਜਦ ਤੱਕ ਅਫਗਾਨਿਸਤਾਨ ਦੇ ਰਾਸ਼ਟਰਪਤੀ ਗਨੀ ਆਪਣੇ ਅਹੁਦੇ ਤੇ ਬਣੇ ਰਹਿਣਗੇ ਉਨੀ ਦੇਰ ਤੱਕ ਉਹ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕਰਨਗੇ। ਦੂਸਰੇ ਪਾਸੇ ਭਾਰਤ ਨੇ, ਕੈਨੇਡਾ ਨੇ, ਬਰਤਾਨੀਆ ਨੇ, ਅਮਰੀਕਾ ਨੇ ਤੇ ਕੀ ਹੋਰ ਮੁਲਕਾਂ ਨੇ ਆਪਣੇ ਉੱਥੋਂ ਨਾਗਰਿਕਾਂ ਨੂੰ ਬਾਹਰ ਕੱਢਣ ਵਾਸਤੇ, ਆਪਣੇ ਦੂਤਾਵਾਸ ਤੇ ਅਧਿਕਾਰੀਆਂ ਨੂੰ ਸੁਰੱਖਿਅਤ ਰੱਖਣ ਦੇ ਵਾਸਤੇ ਸਖਤ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਹੈ। ਕਹਿਣ ਦਾ ਭਾਵ ਇਸ ਵਕਤ ਅਫਗਾਨਿਸਤਾਨ ਦੀ ਸਥਿਤੀ ਬਦ ਤੋਂ ਬਦਤਰ ਵਾਲੇ ਪਾਸੇ ਨੂੰ ਵੱਧਦੀ ਜਾ ਰਹੀ ਹੈ। ਅਗਲੀ ਜਿਹੜੀ ਖਬਰ ਹੈ ਉਹ ਬਰਤਾਨੀਆ ਵਾਲੇ ਪਾਸਿਓਂ ਹੈ। ਦੱਖਣ ਪੱਛਮੀ ਇੰਗਲੈਂਡ ਦੇ ਪਲਾਈਮਾਊਥ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ 3 ਮਹਿਲਾਵਾਂ ਤੇ 2 ਆਦਮੀਆਂ ਦੇ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਅਤੇ ਬਾਅਦ ਦੇ ਵਿੱਚ ਜਿਹੜਾ ਸ਼ੂਟਰ ਸੀ, ਹਮਲਾਵਰ ਸੀ, ਉਹਨੇ ਖੁਦ ਨੂੰ ਵੀ ਗੋਲੀ ਮਾਰ ਲਈ ਤੇ ਉਹਦੀ ਵੀ ਮੌਤ ਹੋ ਗਈ। ਪੁਲਿਸ ਨੇ ਇਸ ਘਟਨਾ ਨੂੰ ਅਤਿ ਗੰਭੀਰ ਦੱਸਿਆ ਤੇ ਜਾਣਕਾਰੀ ਮਿਲੀ ਹੈ ਕਿ ਸ਼ਹਿਰ ਕਿਊਹਾਮ ਇਲਾਕੇ ਵਿੱਚ ਘਟਨਾ ਸਥਾਨ ਤੇ 2 ਔਰਤਾਂ ਦੀ ਮੌਤ ਹੋ ਗਈ ਤੇ 2 ਆਦਮੀਆਂ ਦੀ ਵੀ ਮੌਤ ਹੋ ਗਈ। ਗੋਲੀਬਾਰੀ ਦੇ ਵਿੱਚ ਜ਼ਖਮੀ ਤੀਸਰੀ ਮਹਿਲਾ ਦੀ ਮੌਤ ਜਾਣਕਾਰੀ ਦੇ ਅਨੁਸਾਰ ਹਸਪਤਾਲ ਦੇ ਵਿੱਚ ਜਾ ਕੇ ਹੋਈ।
ਜੈਕ ਡੋਵਿਸਨ ਨਾਂ ਦੇ ਸ਼ੱਕੀ ਹਮਲਾਵਰ ਨੇ ਉੱਥੋਂ ਦੀ ਵੀਰਵਾਰ ਦੀ ਰਾਤ ਇਹ ਗੋਲੀਬਾਰੀ ਕੀਤੀ ਲਗਭਗ 6 ਵਜੇ ਤੋਂ ਬਾਅਦ। ਪੁਲਿਸ ਨੇ ਦੱਸਿਆ ਕਿ 2 ਔਰਤਾਂ ਤੇ 2 ਆਦਮੀਆਂ ਦੀ ਮੌਕੇ ਤੇ ਮੌਤ ਹੋਈ ਅਤੇ ਇੱਕ ਹੋਰ ਆਦਮੀ ਵੀ ਜਿਹੜਾ ਘਟਨਾ ਸਥਾਨ ਤੋਂ ਮ੍ਰਿਤਕ ਮਿਲਿਆ ਤੇ ਦੱਸਿਆ ਜਾ ਰਿਹਾ ਕਿ ਦਰਅਸਲ ਉਹ ਹਮਲਾਵਰ ਸੀ ਜਿਹਨੇ ਉਹ ਗੋਲੀ ਚਲਾਈ। ਸਾਰਿਆਂ ਦੀਆਂ ਮੌਤਾਂ ਗੋਲੀ ਕਾਰਨ ਹੋਈਆਂ ਨੇ ਤੇ ਇੱਕ ਔਰਤ ਦੀ ਮੌਤ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਹਸਪਤਾਲ ਦੇ ਵਿੱਚ ਜਾ ਕੇ ਹੋਈ ਹੈ। ਇਲਾਕੇ ਦੀ ਘੇਰਾਬੰਦੀ ਪੁਲਿਸ ਨੇ ਉਸੇ ਵਕਤ ਕਰ ਲਈ ਸੀ। ਜਾਣਕਾਰੀ ਦੇ ਅਨੁਸਾਰ ਮ੍ਰਿਤਕਾਂ ਦੇ ਵਿੱਚ ਹਮਲਾਵਰ ਦੀ 51 ਵਰ੍ਹਿਆਂ ਦੀ ਮਾਂ ਅਤੇ ਇੱਕ 3 ਸਾਲਾ ਬੱਚੀ ਵੀ ਸ਼ਾਮਲ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਲਗਭਗ ਇੱਕ ਦਹਾਕੇ ਦੇ ਵਿੱਚ ਬਰਤਾਨੀਆ ਵਿੱਚ ਹੋਣ ਵਾਲੀ ਇਹ ਸਭ ਤੋਂ ਵੱਡੀ ਮਾਸ ਸ਼ੂਟਿੰਗ ਹੈ। ਪੁਲਿਸ ਨੇ ਲੋਕਾਂ ਨੂੰ ਇਹ ਵੀ ਆਖਿਆ ਸੀ ਘਟਨਾ ਤੋਂ ਫੌਰੀ ਤੌਰ ਤੇ ਬਾਅਦ ਕਿ ਜਿਹੜੀ ਫੁਟੇਜ ਹੋ ਸਕਦਾ ਕਿਸੇ ਨੇ ਵੀਡੀਓ ਬਣਾਈ ਹੋਵੇ ਜਾਂ ਸੀਸੀਟੀਵੀ ਦੀ ਹੋਵੇ ਕਿ ਕਿਸੇ ਵੀ ਨੈੱਟ ਦੇ ਉੱਤੇ ਜਾਂ ਕਿਸੇ ਵੀ ਸੋਸ਼ਲ ਮੀਡੀਆ ਦੇ ਉੱਤੇ ਇਹ ਅਪਲੋਡ ਨਾ ਕੀਤੀ ਜਾਵੇ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਟਵੀਟ ਕੀਤਾ ਕਿ ਮੇਰੀਆਂ ਭਾਵਨਾਵਾਂ ਉਹਨਾਂ ਲੋਕਾਂ ਦੇ ਨਾਲ ਨੇ, ਉਹਨਾਂ ਲੋਕਾਂ ਦੇ ਪਰਿਵਾਰਕ ਦੋਸਤਾਂ ਤੇ ਮਿੱਤਰਾਂ ਦੇ ਨਾਲ ਨੇ ਜਿਨ੍ਹਾਂ ਦੀ ਵੀਰਵਾਰ ਦੀ ਰਾਤ ਪਲਾਈ ਮਾਊਥ ਦੇ ਵਿੱਚ ਹੋਈ ਤਰਾਸਦੀ ਵਿੱਚ ਜਾਨ ਚਲੇ ਗਈ ਹੈ ਤੇ ਮੈਂ ਐਮਰਜੈਂਸੀ ਸੇਵਾਵਾਂ ਦੇਣ ਵਾਲੇ ਸਾਰੇ ਅਧਿਕਾਰੀਆਂ ਦਾ ਵੀ ਦਿਲੋਂ ਧੰਨਵਾਦ ਕਰਨਾ ਚਾਹਾਂਗਾ। ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡੀ ਤੇ ਮੰਦਭਾਗੀ ਘਟਨਾ ਬਰਤਾਨੀਆ 'ਚ ਵਾਪਰੀ ਹੈ ਤੇ ਹੁਣ ਕੋਵਿਡ-19 ਲਗਾਤਾਰ ਵਧ ਰਿਹਾ ਹੈ। ਅਮਰੀਕਾ ਦੇ ਵਿੱਚ ਦੁਬਾਰਾ ਬਹੁਤ ਜ਼ਿਆਦਾ ਕੇਸ ਆਉਣੇ ਸ਼ੁਰੂ ਹੋ ਗਏ ਨੇ। ਦੁਨੀਆ ਭਰ ਦੇ ਲੋਕ ਆਖਦੇ ਆ ਕਿ ਹੁਣ ਤਾਂ ਭਾਈ ਟੀਕੇ ਟੂਕੇ ਲਵਾਉਣੇ ਪੈਣਗੇ। ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਸੂਬੇ ਤਾਂ ਕਰੋਨਾ ਪਾਸਪੋਰਟ ਦੇ ਬਾਬਤ ਉਹਨਾਂ ਨੇ ਅਨਾਉਂਸਮੈਂਟ ਕਰ ਦਿੱਤਾ ਤੇ ਸਾਡੇ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ 1 ਅਕਤੂਬਰ ਮਹੀਨੇ ਤੋਂ ਲਾਗੂ ਹੋ ਜਾਏਗਾ ਅਤੇ ਨਾਲ ਬਹੁਤ ਸਾਰੇ ਯੂਨੀਵਰਸਿਟੀ ਕੈਂਪਸ ਨੇ ਵੀ ਇਹ ਲਾਗੂ ਕਰ ਦਿੱਤਾ ਹੈ ਕਿ ਸਿਰਫ ਉਹੀ ਵਿਦਿਆਰਥੀ ਤਾਂ ਉਹੀ ਅਧਿਆਪਕ ਪ੍ਰੋਫੈਸਰ ਆ ਸਕਣਗੇ ਕੈਂਪਸ ਦੇ ਵਿੱਚ ਜਿਨ੍ਹਾਂ ਨੇ ਦੋਵੇਂ ਡੋਜ਼ਸ ਲਈਆਂ ਹੋਣਗੀਆਂ। ਹੁਣ ਅਮਰੀਕਾ ਦੇ ਵਿੱਚ ਲਗਾਤਾਰ ਕੋਵਿਡ ਦੇ ਕੇਸ ਵਧ ਰਹੇ ਨੇ। ਵੈਕਸੀਨ ਦੀ ਬੂਸਟਰ ਡੋਜ਼ ਲਵਾਉਣ ਨੂੰ ਇਸੇ ਕਰਕੇ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ ਅਮਰੀਕਾ ਦੇ ਵਿੱਚ ਜਿਹੜੇ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਨੇ ਉਹਨਾਂ ਨੂੰ ਵੈਕਸੀਨ ਦੀ ਤੀਸਰੀ ਡੋਜ਼ ਵੀ ਮਿਲੇਗੀ ਜਿਸ ਨੂੰ ਬੂਸਟਰ ਡੋਜ਼ ਆਖ ਸਕਦੇ ਹਾਂ। US ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਮੋਡਰਨਾ ਅਤੇ ਫਾਈਜ਼ਰ ਵੈਕਸੀਨ ਦੀ ਤੀਸਰੀ ਡੋਜ਼ ਨੂੰ ਲਗਾਉਣ ਵਾਸਤੇ ਆਖਰਕਾਰ ਹੁਣ ਮਨਜ਼ੂਰੀ ਦੇ ਦਿੱਤੀ ਹੈ। ਵੈਕਸੀਨ ਦੀ ਪਰ ਇਹ ਤੀਸਰੀ ਡੋਜ਼ ਉਹਨਾਂ ਲੋਕਾਂ ਨੂੰ ਲਾਈ ਜਾਏਗੀ ਜਿਨ੍ਹਾਂ ਦੀ ਇਮਿਊਨਿਟੀ ਜਾਂ ਇਮਿਊਨ ਸਿਸਟਮ ਜਿਨ੍ਹਾਂ ਦਾ ਕਮਜ਼ੋਰ ਹੈ। ਕਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਇਜ਼ਰਾਈਲ ਨੇ ਵੀ, ਜਰਮਨੀ ਨੇ ਵੀ ਤੇ ਕੁਝ ਹੋਰ ਮੁਲਕਾਂ ਨੇ ਤੀਸਰੀ ਡੋਜ਼ ਲਗਾਉਣ ਦੀ ਯੋਜਨਾ ਬਣਾਈ ਸੀ ਤੇ ਫਿਰ ਵੈਕਸੀਨ ਦੀ ਤੀਸਰੀ ਡੋਜ਼ ਲਗਾਉਣੀ ਸ਼ੁਰੂ ਵੀ ਕੀਤੀ। ਇਹਦਾ ਮਕਸਦ ਆਉਣ ਵਾਲੇ ਸਮੇਂ ਦੇ ਵਿੱਚ ਕੋਵਿਡ-19 ਮਹਾਮਾਰੀ ਦੀ ਜਿਹੜੀ ਵੱਡੀ ਤਬਾਹੀ ਨਜ਼ਰ ਆ ਰਹੀ ਹੈ ਉਹਦੇ ਤੋਂ ਬਚਾਅ ਕਰਨਾ ਹੈ, ਆਪਣੇ ਨਾਗਰਿਕਾਂ ਨੂੰ, ਦੁਨੀਆ ਨੂੰ ਬਚਾਉਣਾ ਹੈ। ਅਮਰੀਕਾ ਦੇ ਦੇਖਭਾਲ ਕਰਨ ਵਾਲੇ FDA ਕਮਿਸ਼ਨਰ ਜੈਨੇਟ ਵੋਰਡਲੌਕ ਨੇ ਵੀਰਵਾਰ ਦੀ ਦੇਰ ਰਾਤ ਇੱਕ ਬਿਆਨ ਜਾਰੀ ਕੀਤਾ ਸੀ। ਉਹਨਾਂ ਨੇ ਦੱਸਿਆ ਸੀ ਕਿ ਅਮਰੀਕਾ ਦੇ ਵਿੱਚ ਹਾਲੇ ਕਰੋਨਾ ਮਹਾਮਾਰੀ ਦੀ ਇੱਕ ਹੋਰ ਲਹਿਰ ਦਾ ਪ੍ਰਵੇਸ਼ ਹੋ ਰਿਹਾ ਹੈ ਤੇ FDA ਵਿਸ਼ੇਸ਼ ਰੂਪ ਨਾਲ ਨੋਟਿਸ ਦੇ ਵਿੱਚ ਹੈ ਕਿ ਟੀਕਾਕਰਨ ਲੋਕਾਂ ਨੂੰ ਵਿਸ਼ੇਸ਼ ਰੂਪ ਨਾਲ ਗੰਭੀਰ ਬਿਮਾਰੀ ਦੇ ਖਤਰੇ ਤੋਂ ਬਚਾਏਗਾ। ਇਸ ਕਰਕੇ ਅਮਰੀਕਾ ਦੇ ਵਿੱਚ ਵਿਆਪਕ ਪੱਧਰ ਤੇ ਲੋਕਾਂ ਨੂੰ ਟੀਕੇ ਲਵਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਅਤੇ ਆ ਤੀਸਰੀ ਡੋਜ਼ ਲਾਉਣ ਵਾਸਤੇ ਇੱਕ ਵਾਰ ਫਿਰ ਤੋਂ ਮਨਜ਼ੂਰੀ ਦੇ ਦਿੱਤੀ ਹੈ। ਤੇ ਤੁਹਾਨੂੰ ਵੀ ਬੇਨਤੀ ਹੈ, ਦੁਨੀਆ ਦੇ ਭਾਵੇਂ ਕਿਸੇ ਵੀ ਕੋਨੇ ਵਿੱਚ ਬੈਠੇ ਵੇਖ ਸੁਣ ਰਹੇ ਹੋ, ਜੇਕਰ ਹਜੇ ਤੱਕ ਕੋਵਿਡ-19 ਦੀ ਵੈਕਸੀਨੇਸ਼ਨ ਨਹੀਂ ਕਰਵਾਈ ਤਾਂ ਜ਼ਰੂਰ ਕਰਵਾਓ। ਹੋ ਸਕਦਾ ਹੈ ਕਿ ਤੁਸੀਂ ਕਿਸੇ ਮੁਲਕ 'ਚ ਜਾਣਾ ਹੋਵੇ, ਜਿਸ ਤਰ੍ਹਾਂ ਕੈਨੇਡਾ ਨੇ ਆਖਿਆ ਸੀ ਕਿ 7 ਸਤੰਬਰ ਤੋਂ ਜਿਨ੍ਹਾਂ ਕੋਲ ਕੈਨੇਡਾ ਦੇ ਵੀਜ਼ੇ ਨੇ ਉਹ ਆ ਸਕਣਗੇ, ਪਰ ਨਾਲ ਸ਼ਰਤ ਇਹ ਹੈ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਮਨਜ਼ੂਰਸ਼ੁਦਾ ਦੋਵੇਂ ਟੀਕੇ ਲਵਾਏ ਹੋਣ। ਉਹਨਾਂ ਕੋਲੇ 72 ਘੰਟੇ ਪਹਿਲਾਂ ਦਾ ਕੋਵਿਡ-19 ਨੈਗੇਟਿਵ ਹੋਣ ਦਾ ਰਿਜ਼ਲਟ ਲਾਜ਼ਮੀ ਹੈ, ਰਿਪੋਰਟ ਲਾਜ਼ਮੀ ਹੈ। ਕੱਲ ਕਿਸੇ ਨੇ ਕਮੈਂਟ ਵਿੱਚ ਪੁੱਛਿਆ ਸੀ ਕਿ ਕੀ ਸੱਚਮੁੱਚ ਫਲਾਈਟਸ ਦੀ ਮਿਆਦ 1 ਮਹੀਨਾ ਹੋਰ ਵਧਾ ਦਿੱਤੀ ਗਈ ਹੈ? ਬਿਲਕੁਲ ਜੀ, 21 ਸਤੰਬਰ ਤੱਕ ਡਾਇਰੈਕਟ ਫਲਾਈਟਸ ਦੇ ਉੱਤੇ ਕੈਨੇਡਾ ਨੇ ਬੀਤੇ ਦਿਨੀ ਰੋਕ ਲਗਾਉਣ ਦਾ ਐਲਾਨ ਕਰ ਦਿੱਤਾ ਸੀ। ਅਗਲੀ ਖਬਰ ਕੈਨੇਡਾ ਦੇ ਨਾਲ ਹੀ ਸੰਬੰਧਿਤ ਹੈ, ਪੰਜਾਬੀ ਭਾਈਚਾਰੇ ਨਾਲ ਵੀ ਸੰਬੰਧਿਤ ਹੈ। ਵੈਨਕੂਵਰ ਦੇ ਨਾਲ ਪੈਂਦਾ ਸ਼ਹਿਰ ਰਿਚਮੰਡ। ਰਿਚਮੰਡ ਦੇ ਵਿੱਚ ਬੀਤੇ ਦਿਨੀ ਇੱਕ ਗੋਲੀ ਚੱਲੀ ਸੀ ਤੇ ਗੋਲੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਤੇ ਵਿਅਕਤੀ ਦੀ ਹੁਣ ਪਹਿਚਾਣ ਕਰ ਦਿੱਤੀ ਗਈ ਹੈ। ਇਹ ਸਰੀ ਦੇ ਨਾਲ ਲੱਗਦੇ ਸ਼ਹਿਰ ਡੈਲਟਾ ਦਾ ਰਹਿਣ ਵਾਲਾ ਇੱਕ ਪੰਜਾਬੀ ਨੌਜਵਾਨ ਜਿਸ ਦੀ ਉਮਰ ਸਿਰਫ 23 ਵਰ੍ਹੇ ਦੱਸੀ ਜਾ ਰਹੀ ਹੈ ਤੇ ਇਸ ਨੌਜਵਾਨ ਦਾ ਨਾਮ ਕ੍ਰਿਸਟੋਫਰ ਸਿੰਘ ਸੀ।
ਦੱਸਣਾ ਬਣਦਾ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਇੱਕ ਖੱਡ ਵਿੱਚੋਂ ਮਿਲੀ ਸੀ। ਆਈ ਹਿੱਟ ਨੇ ਇਨਵੈਸਟੀਗੇਸ਼ਨ ਜਿਹੜੀ ਉਹਦੀ ਟੀਮ ਹੈ ਉਹਦੇ ਨੇ ਡੇਵਿਡ ਲੀ ਨੇ ਦੱਸਿਆ ਕਿ ਕ੍ਰਿਸਟੋਫਰ ਸਿੰਘ ਦਾ ਕੋਈ ਮੁਜਰਮਾਨਾ ਰਿਕਾਰਡ ਨਹੀਂ ਹੈ, ਭਾਵੋ ਪਹਿਲਾਂ ਕਿਸੇ ਗੈਂਗ ਐਕਟੀਵਿਟੀ ਦੇ ਵਿੱਚ ਕਦੇ ਸ਼ਾਮਲ ਸੀ ਜਾਂ ਨਹੀਂ। ਇਸ ਮਸਲੇ ਦਾ ਪੁਲਿਸ ਕੋਲ ਕੋਈ ਰਿਕਾਰਡ ਨਹੀਂ ਅਤੇ ਉਸ ਨੂੰ ਕਿਸੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਸਕਦਾ ਕਿ ਕਤਲ ਕੀਤਾ ਗਿਆ ਹੋਵੇ। ਉਹਨਾਂ ਸ਼ੱਕ ਪ੍ਰਗਟਾਇਆ ਹੈ ਕਿ ਜਿਹੜਾ ਇਹ ਕਤਲ ਕ੍ਰਿਸਟੋਫਰ ਦਾ ਹੋਇਆ ਹੋ ਸਕਦਾ ਕਿ ਲੋਅਰ ਮੇਨਲੈਂਡ ਦੇ ਵਿੱਚ ਜਿਹੜੀ ਕਤਲੋਗਾਰਤ ਚੱਲ ਰਹੀ ਹੈ, ਜਿਹੜੀ ਗੈਂਗਵਾਰ ਹੈ ਉਹਦੇ ਨਾਲ ਹੀ ਜੁੜਿਆ ਹੋਵੇ। ਦੱਸਣਾ ਬਣਦਾ ਕਿ ਬੀਤੀ 7 ਤਰੀਕ ਨੂੰ 7 ਅਗਸਤ ਨੂੰ RCMP ਰਿਚਮੰਡ ਦੀ ਕੈਂਬੀ ਰੋਡ ਅਤੇ 8 ਨੰਬਰ ਰੋਡ ਦੇ ਨੇੜੇ ਪੈਂਦੇ ਇੱਕ ਖੇਤੀਬਾੜੀ ਸੈਕਟਰ ਦੇ ਵਿੱਚ ਇਹ ਅਣਪਛਾਤੀ ਲਾਸ਼ ਮਿਲੀ ਸੀ। ਜਾਂਚ ਏਜੰਸੀ ਨੇ ਦੱਸਿਆ ਕਿ ਉਹ ਕ੍ਰਿਸਟੋਫਰ ਸਿੰਘ ਦੇ ਕਤਲ ਹੋਣ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਬਾਰੇ ਘੋਖ ਕਰ ਰਹੇ ਹੈ। ਉਹਨਾਂ ਦੱਸਿਆ ਕਿ ਜੇਕਰ ਇਸ ਮਾਮਲੇ ਦੇ ਨਾਲ ਸੰਬੰਧਿਤ ਕਿਸੇ ਨੂੰ ਕੋਈ ਜਾਣਕਾਰੀ ਹੋਵੇ, ਕਿਸੇ ਕੋਲ ਕੋਈ ਫੁਟੇਜ ਹੋਵੇ ਤਾਂ ਉਹ RCMP ਨੂੰ, ਕ੍ਰਾਈਮ ਸਟਾਪਰ ਨੂੰ ਜਾਣਕਾਰੀ ਦੇ ਸਕਦਾ ਹੈ। ਆਪਣੇ ਆਪ ਦੇ ਵਿੱਚ ਇਹ ਗੱਲ ਅਤ ਮੰਦਭਾਗੀ ਹੈ ਕਿ ਚੰਗਾ ਭਵਿੱਖ ਲੈ ਕੇ, ਚੰਗੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸਾਡੇ ਬਜ਼ੁਰਗ ਆਏ, ਸਾਡੇ ਵੱਡੇ ਆਏ, ਫਿਰ ਹੁਣ ਬੱਚੇ ਆ ਰਹੇ ਨੇ, ਪਰ ਇੱਥੇ ਵੀ ਲਗਾਤਾਰ ਜਿਹੜੇ ਹਾਲਾਤ ਨੇ, ਜਿਹੜੇ ਛੇਤੀ ਲੋਕ ਪੈਸਾ ਬਣਾਉਣਾ ਚਾਹੁੰਦੇ ਨੇ, ਰਾਤੋਂ ਰਾਤ ਨੇਮ ਫੇਮ ਕਮਾਉਣਾ ਚਾਹੁੰਦੇ ਨੇ, ਗੈਰ ਕਾਨੂੰਨੀ ਗਤੀਵਿਧੀਆਂ ਵਿੱਚ, ਧੰਦਿਆਂ ਦੇ ਵਿੱਚ ਉਹ ਗਲਤਾਨ ਹੋ ਰਹੇ ਨੇ, ਜਿਸ ਦੇ ਕਾਰਨ ਕਤਲੋਗਾਰਤ ਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਲਗਾਤਾਰ ਗਰਕਦੀ ਜਾ ਰਹੀ ਹੈ, ਸ਼ਾਮਲ ਹੁੰਦੀ ਜਾ ਰਹੀ ਹੈ। ਇਹ ਅਤ ਮੰਦਭਾਗੀਆਂ ਘਟਨਾਵਾਂ ਨੇ। ਅਗਲੀ ਖਬਰ ਭਾਰਤ ਦੇ ਸੂਬੇ ਰਾਜਸਥਾਨ ਦੀ ਹੈ। ਰਾਜਸਥਾਨ ਦੇ ਵਿੱਚ ਕਈ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ। ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਵਿੱਚ 7 ਵਰ੍ਹਿਆਂ ਦੀ ਇੱਕ ਮਾਸੂਮ ਅੱਖਾਂ, ਬਾਲੜੀ ਅੱਖਾਂ, ਜਿਸ ਦੇ ਹਾਲੇ ਦੁੱਧ ਦੰਦ ਵੀ ਨਹੀਂ ਟੁੱਟੇ, 7 ਵਰ੍ਹਿਆਂ ਦੀ ਬਾਲੜੀ ਦਾ ਇੱਕ ਮਾਸੂਮ ਦਾ ਵਿਆਹ 24 ਵਰ੍ਹਿਆਂ ਦੇ ਇੱਕ ਨੌਜਵਾਨ ਨਾਲ ਕਰਵਾਏ ਜਾਣ ਦੀ ਖਬਰ ਸਾਹਮਣੇ ਆਈ। ਪੁਲਿਸ ਨੇ ਲਾੜੇ ਨੂੰ ਵੀ, ਪੰਡਤ ਨੂੰ ਵੀ ਤੇ ਕੁੱਲ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਸੀ ਹਿਮਾਂਸ਼ੂ ਸਿੰਘ ਰਾਜਵਤ। ਹਿਮਾਂਸ਼ੂ ਸਿੰਘ ਨੇ ਦੱਸਿਆ ਕਿ ਜਾਂਚ ਤਾਂ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਹੋਰ ਕੌਣ-ਕੌਣ ਸੀ, ਪਰ ਜਿੰਨੀ ਕੁ ਹੁਣ ਤੱਕ ਜਾਣਕਾਰੀ ਮਿਲ ਸਕੀ ਉਹਦੇ ਮੁਤਾਬਕ ਰਾਜਸਮੰਦ ਜ਼ਿਲ੍ਹੇ ਦੇ ਸਰਦਾਰਗੜ੍ਹ ਦੇ ਰਹਿਣ ਵਾਲੇ ਰਾਕੇਸ਼ ਮਾਲੀ ਦਾ ਵਿਆਹ ਨਹੀਂ ਸੀ ਹੋ ਰਿਹਾ। ਹੁਣ ਦੇਖੋ ਤੁਸੀਂ, ਜੇ ਵਿਆਹ ਨਹੀਂ ਹੋ ਰਿਹਾ ਭਾਈ, ਇਹ ਵੇਖੋ ਕਿ ਘੱਟ ਪੜ੍ਹਿਆ ਲਿਖਿਆ ਹੈ ਜਾਂ ਕੋਈ ਕਾਰਨ ਹੋਰ ਨੇ, ਪਰ ਤੁਸੀਂ ਦੇਖੋ ਕਿ ਅੱਜ 21ਵੀਂ ਸਦੀ ਦੇ ਵਿੱਚ ਵੀ ਅਸੀਂ ਕਿੱਥੇ ਕੁ ਖੜ੍ਹੇ ਹਾਂ। ਸਾਨੂੰ ਆਲੇ ਦੁਆਲੇ ਵਹਿਮਾਂ ਭਰਮਾਂ ਪਖੰਡਾਂ ਨੇ ਕਿਵੇਂ ਘੇਰਾ ਪਾਇਆ ਹੋਇਆ ਹੈ। ਵਿਆਹ ਹੋ ਨਹੀਂ ਸੀ ਰਿਹਾ। ਫਿਰ ਭੋਪਾਲ ਸਾਗਰ ਦੇ ਰਹਿਣ ਵਾਲੇ ਪੰਡਤ ਬਸੰਤੀ ਲਾਲ ਨੇ ਉਹਨਾਂ ਨੂੰ ਇੱਕ ਸਲਾਹ ਦਿੱਤੀ। ਬਸੰਤੀ ਲਾਲ ਦੀ ਸਲਾਹ ਨੇ ਦਰਅਸਲ ਇਹ ਸਾਰੇ ਫਸਾਏ ਨੇ। ਬਸੰਤੀ ਲਾਲ ਕਹਿੰਦਾ ਇੱਕ ਪ੍ਰਥਾ ਹੈ, ਇਹ ਹੈ ਪ੍ਰਥਾ ਵਿਆਹ ਨਾਤਾ ਪ੍ਰਥਾ। ਇਹ ਨਾਤਾ ਪ੍ਰਥਾ ਦੇ ਰਾਹੀਂ ਕਹਿੰਦੇ ਸੰਭਵ ਹੈ ਕਿ ਜੇਕਰ ਆਪਾਂ ਇਹ ਵਿਆਹ ਨਾਤਾ ਪ੍ਰਥਾ ਅਪਣਾ ਲਈ ਤੇ ਫਿਰ ਇਸ ਲੜਕੇ ਦਾ ਵਿਆਹ ਹੋ ਜੂ। ਇਸ ਵਾਸਤੇ ਬਸੰਤੀ ਲਾਲ ਪੰਡਤ ਦੀ ਸਲਾਹ ਦੇ ਉੱਤੇ ਇਸ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਇੱਕ ਏਜੰਟ ਦੇ ਰਾਹੀਂ ਨੌਜਵਾਨ ਦਾ ਵਿਆਹ ਕਿਸੇ ਮਾਸੂਮ ਨਾਲ ਕਰਨ ਜਾਂ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਿਛਲੇ ਮਹੀਨੇ 18 ਜੁਲਾਈ ਨੂੰ ਰਾਕੇਸ਼ ਦੇ ਪਰਿਵਾਰ ਨੇ ਚਿਤੌੜਗੜ੍ਹ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚੋਂ ਇੱਕ ਜੋੜੇ ਨੂੰ ਕੁਝ ਪੈਸਿਆਂ ਦਾ ਲਾਲਚ ਦਿੱਤਾ ਤੇ ਲਾਲਚ ਦੇ ਕੇ ਉਹਦਾ ਵਿਆਹ ਕਿਸੇ ਮਾਸੂਮ ਨਾਲ ਕਰਵਾਉਣ ਵਾਸਤੇ ਤਿਆਰ ਕਰ ਲਿਆ, ਰਜ਼ਾਮੰਦ ਕਰ ਲਿਆ। ਇਹਦੇ ਤੋਂ ਬਾਅਦ ਮੁਲਜ਼ਮਾਂ ਨੇ ਮਿਲ ਕੇ 7 ਵਰ੍ਹਿਆਂ ਦੀ ਇੱਕ ਬੱਚੀ ਅਗਵਾ ਕੀਤੀ। ਬੱਚੀ ਅਗਵਾ ਕਰਕੇ ਉਹਨੂੰ ਮੰਦਿਰ ਦੇ ਵਿੱਚ ਲੈ ਕੇ ਗਏ ਅਤੇ ਉਹਦਾ ਵਿਆਹ ਇਸ 24 ਵਰ੍ਹਿਆਂ ਦੇ ਨੌਜਵਾਨ ਨਾਲ ਕਰਵਾ ਦਿੱਤਾ। ਬਾਅਦ ਦੇ ਵਿੱਚ ਉਹਨਾਂ ਨੇ ਬੱਚੀ ਨੂੰ ਪਿੰਡ ਜਾ ਕੇ ਛੱਡ ਦਿੱਤਾ, ਕਿਉਂਕਿ ਉਹ ਨਾਤਾ ਪ੍ਰਥਾ ਸੀ, ਬਸ ਇੱਕ ਵਾਰੀ ਵਿਆਹ ਕਰਨਾ ਸੀ। ਜਿਸ ਤਰ੍ਹਾਂ ਬਹੁਤ ਸਾਰੇ ਕੁੱਤੇ ਨਾਲ ਵਿਆਹ ਕਰ ਲੈਂਦੇ ਆ, ਬਹੁਤ ਸਾਰੇ ਕਿਸੇ ਦਰਖਤ ਨਾਲ ਵਿਆਹ ਕਰ ਲੈਂਦੇ ਆ ਕਿ ਬਈ ਬਲਾ ਟਲ ਜੂ। ਦੇਖੋ ਅਸੀਂ 21ਵੀਂ ਸਦੀ ਵਿੱਚ ਕੀ ਕੁਝ ਕਰ ਰਹੇ ਹਾਂ। ਹੁਣ ਇਹ ਵੀ ਵਿਆਹ ਕਰ ਦਿੱਤਾ ਤੇ ਬਾਅਦ ਦੇ ਵਿੱਚ ਜਿਹੜੇ ਪਿੰਡੋਂ ਬੱਚੀ ਅਗਵਾ ਕੀਤੀ ਸੀ ਉੱਥੇ ਲਿਜਾ ਕੇ ਛੱਡ ਦਿੱਤੀ। ਹੁਣ ਬੱਚੀ 7 ਵਰ੍ਹਿਆਂ ਦੀ ਨੇ ਜਾ ਕੇ ਘਰ ਦੱਸਿਆ, ਆਪਣੇ ਪਰਿਵਾਰ ਨੂੰ ਦੱਸਿਆ, ਤਾਂ ਬੱਚੀ ਦੇ ਦਾਦੇ ਨੇ ਨਾ ਥਾਣੇ ਦੇ ਵਿੱਚ ਜਾ ਕੇ ਮਾਮਲਾ ਦਰਜ ਕਰਵਾ ਦਿੱਤਾ ਕਿ ਮੇਰੀ ਪੋਤੀ ਦੱਸਦੀ ਹੈ ਕਿ ਉਹਨੂੰ ਅਗਵਾ ਕੀਤਾ, ਫਿਰ ਮੰਦਿਰ ਦੇ ਵਿੱਚ ਉਹਦੀਆਂ ਫੇਰੇ ਕਰਵਾਏ ਗਏ। ਇਹਦੇ ਤੇ ਪੀੜਤਾ ਦੇ ਪਿੰਡ ਦੇ ਕਾਲੂ ਰਾਮ ਤੇਲੀ ਅਤੇ ਉਹਦੀ ਪਤਨੀ ਰਾਧਾ ਦੇਵੀ ਨੂੰ ਨਾਮਜ਼ਦ ਕੀਤਾ ਗਿਆ। ਉਹਨੇ ਪਛਾਣ ਲਏ ਕਿਆ ਬੰਦੇ ਸੀ। ਨਾਮਜ਼ਦ ਕਰਨ ਤੋਂ ਬਾਅਦ ਹੋਰਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਕਾਲੂ ਰਾਮ ਤੇ ਉਹਦੀ ਘਰਵਾਲੀ ਨੂੰ ਜਦੋਂ ਫੜ ਲਿਆ ਗਿਆ ਤਾਂ ਫਿਰ ਉਹਨੇ ਦੱਸਿਆ ਕਿ ਭਾਈ ਆਹ ਪੰਡਤ ਸੀ
ਜਿਹਨੇ ਸਲਾਹ ਦਿੱਤੀ, ਪੰਡਤ ਗ੍ਰਿਫਤਾਰ ਕਰ ਲਿਆ ਗਿਆ। ਹੁਣ ਘਟਨਾ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਸੀ, ਜਾਂਚ ਅਧਿਕਾਰੀ ਨੇ ਡੀਐਸਪੀ ਗੀਤਾ ਚੌਧਰੀ, ਉਹਨਾਂ ਨੇ ਦੱਸਿਆ ਕਿ 1 ਮਹੀਨੇ ਤੋਂ ਕਪਾਸਨ ਥਾਣੇ ਦੀ ਪੁਲਿਸ ਮੁਲਾਜ਼ਮਾਂ ਦੀ ਟੀਮ ਇਹ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਯਤਨ ਕਰ ਰਹੀ ਸੀ ਤੇ ਆਖਰਕਾਰ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ। ਸੋ ਇਹ ਖਬਰ ਬਹੁਤ ਮਹੱਤਵਪੂਰਨ ਸੀ, ਇਸ ਕਰਕੇ ਪ੍ਰੋਗਰਾਮ ਦੌਰਾਨ ਸਥਾਨ ਦਿੱਤਾ ਕਿ ਤੁਸੀਂ ਪਹਿਲੀ ਗੱਲ ਤਾਂ ਦੇਖੋ ਕਿ ਹੌਸਲੇ ਬੰਦਿਆਂ ਦੇ, ਕਿ 7 ਵਰਿਆਂ ਦੀ ਖੇਡ ਰਹੀ ਬਾਲੜੀ ਨੂੰ ਅਗਵਾ ਕੀਤਾ। ਦੂਸਰਾ, ਬਸੰਤੀ ਲਾਲ ਵਰਗੇ ਬੰਦੇ ਹੋ ਸਕਦਾ ਤੁਹਾਡੇ ਆਲੇ ਦੁਆਲੇ ਵੀ ਰਹਿੰਦੇ ਹੋਣ ਜਿਹੜੇ ਵਹਿਮ ਭਰਮ ਫੈਲਾਉਂਦੇ ਆ, ਤੇ ਫਿਰ ਕੀ ਹੁਣ ਵਿਆਹ ਹੋ ਜੂ? ਹੁਣ ਤਾਂ ਅਗਵਾ ਦਾ ਕੇਸ ਪੈ ਗਿਆ, ਜ਼ਬਰੀ ਵਿਆਹ ਦਾ ਕੇਸ ਪੈ ਗਿਆ, ਬਾਲ ਵਿਆਹ ਕਰਨ ਦਾ ਕੇਸ ਪੈ ਗਿਆ। ਸੋ ਹੁਣ ਸਜ਼ਾ ਭੁਗਤਣਗੇ, ਨਾਲ ਜੁਰਮਾਨੇ ਵੀ ਲੱਗਣਗੇ। ਬਚੋ, ਵਹਿਮਾਂ ਤੋਂ ਬਚੋ, ਭਰਮਾਂ ਤੋਂ ਬਚੋ। ਅਗਲੀ ਖਬਰ ਬਹੁਤ ਵੱਡੀ ਤੇ ਮਹੱਤਵਪੂਰਨ ਖਬਰ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਵੀ ਨੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ, ਸੁਖਬੀਰ ਸਿੰਘ ਬਾਦਲ, ਉਹਨਾਂ ਦਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਭਾਂਡਾ ਭੰਨਿਆ। ਅਸਲ ਦੇ ਵਿੱਚ ਸੁਖਬੀਰ ਬਾਦਲ ਹੋਰਾਂ ਨੇ ਬੀਤੇ ਦਿਨੀ ਇੱਕ ਦਾਅਵਾ ਕੀਤਾ ਸੀ, ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਰਾਜਪਾਲ ਤੋਂ ਅਧਿਕਾਰ ਵਾਪਸ ਲਏ ਜਾ ਰਹੇ ਨੇ। ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਰਾਜਪਾਲ ਤੋਂ ਅਧਿਕਾਰ ਵਾਪਸ ਲੈ ਕੇ ਇੱਕ ਪ੍ਰਸ਼ਾਸਕ ਉੱਥੇ ਲਗਾ ਦਿੱਤਾ ਜਾਣਾ ਹੈ। ਇਸ ਗੱਲ ਦੀ ਉਹਨਾਂ ਨੇ ਜ਼ੋਰਦਾਰ ਨਿਖੇਧੀ ਕੀਤੀ ਸੀ ਤੇ ਇਹ ਵੀ ਕਿਹਾ ਸੀ ਕਿ ਇਹ ਪੰਜਾਬ ਦੇ ਦਾਅਵੇ ਨੂੰ ਚੰਡੀਗੜ੍ਹ ਦੇ ਉੱਤੇ ਹੋਰ ਕਮਜ਼ੋਰ ਕਰੂ, ਇੱਕ ਵੱਡੀ ਸਾਜ਼ਿਸ਼ ਦੱਸਿਆ ਸੀ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਸੀ ਕਿ ਜੇਕਰ ਇਹ ਫੈਸਲਾ ਲਾਗੂ ਹੁੰਦਾ ਹੈ ਤਾਂ ਪੰਜਾਬ ਕੋਲ, ਪੰਜਾਬ ਵਿਚਲੀ ਜਿਹੜੀ ਰਾਜਧਾਨੀ ਹੈ ਚੰਡੀਗੜ੍ਹ, ਜਿਹੜੇ ਉਹਦੇ ਵਿੱਚ ਥੋੜ੍ਹੇ ਬਹੁਤੇ ਅਧਿਕਾਰ ਵੀ ਨੇ ਪੰਜਾਬ ਦੇ ਕੋਲ, ਪੰਜਾਬੀਆਂ ਦੇ ਕੋਲ, ਉਹ ਵੀ ਖੁੱਸ ਜਾਣਗੇ ਅਤੇ ਇਸ ਦੇ ਨਾਲ ਚੰਡੀਗੜ੍ਹ ਤੇ ਪੰਜਾਬ ਦਾ ਦਾਅਵਾ ਤਕਰੀਬਨ ਖਤਮ ਹੋ ਸਕਦਾ ਹੈ। ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਰਾਜਪਾਲ ਤੋਂ ਇਹ ਅਧਿਕਾਰ ਵਾਪਸ ਲੈ ਕੇ ਚੰਡੀਗੜ੍ਹ ਕੋਈ ਵੱਖਰਾ ਪ੍ਰਸ਼ਾਸਕ ਲਗਾਉਣਾ ਜਾਂ ਨਹੀਂ, ਇਸ ਮਸਲੇ ਦੇ ਉੱਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਫਾਈ ਦਿੱਤੀ। ਉਹ ਕਹਿੰਦੇ ਸਾਡੀ ਤਾਂ ਕੋਈ ਤਜਵੀਜ਼ ਵੀ ਇਸ ਤਰ੍ਹਾਂ ਦੀ ਹੈ ਨਹੀਂ, ਸਾਫ਼ ਇਨਕਾਰ ਕਰ ਦਿੱਤਾ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਸੁਖਬੀਰ ਬਾਦਲ ਵੱਲੋਂ ਇਸ ਬਾਰੇ ਕੀਤੀ ਗਈ ਬੀਤੇ ਦਿਨੀ ਬਿਆਨਬਾਜ਼ੀ, ਉਹਦੇ ਉੱਤੇ ਇੱਕ ਟਵੀਟ ਕੀਤਾ। ਟਵੀਟ ਤੋਂ ਬਾਅਦ ਇਹ ਸਪਸ਼ਟ ਕਰ ਦਿੱਤਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਨਾ ਕੋਈ ਇਸ ਤਰ੍ਹਾਂ ਦਾ ਫੈਸਲਾ ਕੀਤਾ, ਨਾ ਕੋਈ ਇਸ ਤਰ੍ਹਾਂ ਦੀ ਤਜਵੀਜ਼ ਹੈ। ਗ੍ਰਹਿ ਮੰਤਰਾਲੇ ਨੇ ਸੁਖਬੀਰ ਬਾਦਲ ਦੇ ਦਾਅਵੇ ਦਾ ਭਾਂਡਾ ਇਹ ਵੀ ਭੰਨ ਦਿੱਤਾ ਕਿ ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਵਿਰੋਧ ਪ੍ਰਗਟਾਉਣ ਦੀ ਗੱਲ ਆਖੀ ਸੀ ਕਿ ਮੈਂ ਤਾਂ ਉਹਨਾਂ ਨੂੰ ਮਿਲ ਕੇ ਇਹਦੀ ਵਿਰੋਧ ਵੀ ਪ੍ਰਗਟਾਇਆ। ਟਵੀਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਸੁਖਬੀਰ ਬਾਦਲ ਇਸ ਮਾਮਲੇ ਨੂੰ ਲੈ ਕੇ ਅਮਿਤ ਸ਼ਾਹ ਨੂੰ ਕਦੇ ਮਿਲੇ ਹੀ ਨਹੀਂ। ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਸੁਖਬੀਰ ਬਾਦਲ ਨੇ ਜਿਹੜਾ ਬਿਆਨ ਦਿੱਤਾ ਸੀ ਕਿ ਚੰਡੀਗੜ੍ਹ ਦਾ ਪ੍ਰਸ਼ਾਸਕ ਲਗਾਇਆ ਜਾ ਰਿਹਾ ਹੈ, ਰਾਜਪਾਲ ਤੋਂ ਅਧਿਕਾਰ ਖੋਹੇ ਜਾ ਰਹੇ ਨੇ, ਫਿਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਮੈਂ ਅਮਿਤ ਸ਼ਾਹ ਨੂੰ, ਭਾਰਤ ਦੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਹੈ, ਉਹਨਾਂ ਨੂੰ ਇਸ ਮਾਮਲੇ ਤੇ ਮਿਲ ਕੇ ਆਇਆ, ਆਪਣਾ ਰੋਸ ਪ੍ਰਗਟਾਇਆ। ਉਹ ਕਹਿੰਦੇ ਉਹ ਤਾਂ ਮਿਲੇ ਹੀ ਨਹੀਂ ਕਦੇ। ਦੂਜੀ ਗੱਲ, ਇਸ ਤਰ੍ਹਾਂ ਦੀ ਕੋਈ ਤਜਵੀਜ਼ ਹੈ ਨਹੀਂ, ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲਿਆ। ਹੁਣ ਇਹ ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਦਾ ਟਵੀਟ ਆਇਆ। ਹੁਣ ਸੁਖਬੀਰ ਬਾਦਲ ਇਹਦੇ ਉੱਤੇ ਦੇਖਦੇ ਹਾਂ ਕੀ ਸਫਾਈ ਦਿੰਦੇ ਨੇ ਕਿ ਇਹਦੇ ਵਿੱਚ ਕੋਈ ਅਸਲੀਅਤ ਸੀ ਜਾਂ ਉਹ ਖੁਦ ਫਸ ਗਏ ਨੇ। ਹੁਣ ਦੂਸਰੇ ਪਾਸੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਮੈਂ ਫਿਰ ਦੱਸ ਦਿਆਂ ਕਿ ਸਥਿਤੀ ਸਪਸ਼ਟ ਕੀਤੀ ਉਹਨਾਂ ਨੇ ਕਿ ਨਾ ਕੋਈ ਫੈਸਲਾ ਲਿਆ ਤੇ ਨਾ ਹੀ ਇਸ ਤਰ੍ਹਾਂ ਦਾ ਕੋਈ ਵਿਚਾਰ ਕੀਤਾ ਗਿਆ। ਵੇਖਾਂਗੇ ਕਿ ਸੁਖਬੀਰ ਬਾਦਲ ਇਸ ਮਸਲੇ ਦੇ ਉੱਤੇ ਹੁਣ ਕੀ ਸਫਾਈ ਪੇਸ਼ ਕਰਦੇ ਆ। ਅਗਲੀ ਖਬਰ ਸੱਚੀ ਵੱਡੀ ਹੈ। ਪਠਾਨਕੋਟ 에ਅਰਵੇਸ ਦੇ ਉੱਤੇ ਇੱਕ ਹਮਲਾ ਹੋਇਆ ਸੀ, ਸ਼ਾਇਦ ਤੁਹਾਨੂੰ ਵੀ ਚੇਤੇ ਹੋਵੇ। ਉਸ ਅੱਤਵਾਦੀ ਹਮਲੇ ਦੇ ਵਿੱਚ ਜਿਹੜੀ ਲੋਕਲ ਪੁਲਿਸ ਸੀ ਉਹਦੇ ਅਫਸਰਾਂ ਦੀ ਮਿਲੀ ਭੁਗਤ, ਭ੍ਰਿਸ਼ਟ ਪੁਲਿਸ ਅਫਸਰਾਂ ਦਾ ਹਮਲੇ ਦੇ ਵਿੱਚ ਹੱਥ। ਇੱਥੋਂ ਤੱਕ ਵੀ ਇੱਕ ਕਿਤਾਬ ਨੇ ਖੁਲਾਸਾ ਕੀਤਾ ਕਿ ਉਸ ਹਮਲੇ ਤੋਂ ਪਹਿਲਾਂ 에ਅਰਵੇਸ ਦੀ ਉਹਨਾਂ ਭ੍ਰਿਸ਼ਟ ਪੁਲਿਸ ਅਫਸਰਾਂ ਨੇ ਰੇਕੀ ਕੀਤੀ ਸੀ। ਉਹਨਾਂ ਨੇ ਇੱਕ ਸੁੰਨਸਾਨ ਜਿਹੜੀ ਸੜਕ ਉੱਥੋਂ ਤੱਕ ਜਾਂਦੀ ਸੀ ਉਹਦੀ ਪਹਿਚਾਣ ਕੀਤੀ, ਫਿਰ ਉਸੇ ਹੀ ਰਸਤੇ ਦਾ, ਉਸੇ ਹੀ ਸੜਕ ਦਾ ਇਸਤੇਮਾਲ ਕਰਕੇ ਅਤਵਾਦੀਆਂ ਨੇ ਗੋਲਾ ਬਰੂਦ, ਗ੍ਰਨੇਡ, ਮੋਰਟਾਰ ਅਤੇ AK-47 ਰਾਈਫਲਾਂ ਲੈ ਕੇ ਉਸੇ ਰਸਤੇ ਦੇ ਰਾਹੀਂ ਘੁਸਪੈਠ ਕੀਤੀ ਸੀ। ਅਸਲ ਦੇ ਵਿੱਚ ਇਹਨਾਂ ਗੱਲਾਂ ਦਾ ਜਿਹੜਾ ਦਾਅਵਾ ਕੀਤਾ ਗਿਆ ਨਾ, ਦੋ ਪੱਤਰਕਾਰਾਂ ਨੇ ਇੱਕ ਕਿਤਾਬ ਲਿਖੀ ਹੈ। ਉਹਨਾਂ ਦਾ ਨਾਮ ਹੈ ਏਡਰੀਅਨ ਲੇਵੀ ਅਤੇ ਕੈਥੀ ਸਕਾਟ ਕਲਾਰਕ। ਕਿਤਾਬ ਦਾ ਉਹਨਾਂ ਦੀ ਦਾ ਨਾਮ ਹੈ ਸਪਾਈ ਸਟੋਰੀਜ਼ ਇਨਸਾਈਡ ਦਾ ਸੀਕ੍ਰੇਟ ਵਰਲਡ ਆਫ ਦਾ ਰਾ ਐਂਡ ਦਾ ISI। ਇਸ ਕਿਤਾਬ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ
ਪਠਾਨਕੋਟ 에ਅਰਵੇਜ਼ ਤੇ ਇਹ ਜਿਹੜਾ ਹਮਲਾ ਜਿਹਦਾ ਮੈਂ ਜ਼ਿਕਰ ਕਰ ਰਿਹਾ ਹਾਂ 2 ਜਨਵਰੀ ਤੇ 2016 ਨੂੰ ਕੀਤਾ ਗਿਆ ਸੀ। ਜਿਹੜੇ ਹਮਲਾਵਰ ਸੀ, ਜਿਹੜੇ ਅਤਵਾਦੀ ਸਨ, ਉਹ ਭਾਰਤੀ ਫੌਜ ਦੀ ਵਰਦੀ ਵਿੱਚ ਆਏ ਸੀ। ਉਹਨਾਂ ਹਥਿਆਰਬੰਦ ਅਤਵਾਦੀਆਂ ਨੇ ਇਸ ਹਮਲੇ ਨੂੰ ਅੰਜਾਮ ਦੇ ਦਿੱਤਾ ਸੀ। ਕਿਤਾਬ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ 300 ਕਮਾਂਡੋ ਸਨ ਜਿਨ੍ਹਾਂ ਨੇ ਸਾਰੀ ਫਿਰ ਇਸ ਆਪਰੇਸ਼ਨ ਦੀ ਵਾਗਡੋਰ ਸੰਭਾਲੀ ਤੇ ਨਾਲ ਹੀ ਸਭ ਕੁਝ ਜਦੋਂ ਸਮਾਪਤ ਹੋ ਗਿਆ ਸੀ, ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਅਤੇ ਅਜੀਤ ਡੋਭਾਲ ਨੇ ਵੀ ਇਸ ਸਥਾਨ ਦਾ ਜਾ ਕੇ ਦੌਰਾ ਕੀਤਾ ਸੀ। ਹਾਲਾਂਕਿ ਜਿਹੜੀ ਸੰਯੁਕਤ ਜਾਂਚ ਕੀਤੀ ਗਈ, ਸਾਂਝੀ ਜਾਂਚ ਕੀਤੀ ਗਈ, ਉਹਦੇ ਵਿੱਚੋਂ ਇੱਕ ਗੱਲ ਨਿਕਲ ਕੇ ਹੋਰ ਸਾਹਮਣੇ ਆਈ ਕਿ ਲਗਾਤਾਰ ਚੇਤਾਵਨੀਆਂ ਦੇਣ ਦੇ ਬਾਵਜੂਦ ਵੀ ਉੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਹੀਂ ਸੀ ਕੀਤੇ ਗਏ। ਪੰਜਾਬ ਦੀ ਲਗਭਗ ਉੱਥੇ 91 ਕਿਲੋਮੀਟਰ ਲੰਬੀ ਸਰਹੱਦ ਲੱਗਦੀ ਹੈ। ਸਰਹੱਦ ਤੇ ਕੋਈ ਉੱਥੇ ਤਾਰ ਵੀ ਮੌਜੂਦ ਨਹੀਂ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਘੱਟੋ ਘੱਟ 4 ਰਿਪੋਰਟਾਂ ਜਿਨ੍ਹਾਂ ਦੇ ਵਿੱਚ ਇਹ ਸੁਝਾਅ ਦਿੱਤਾ ਗਿਆ ਸੀ ਕਿ ਨਦੀਆਂ ਨਾਲੇ ਘੁਸਪੈਠ ਕਰਨ ਦੀ ਲਿਹਾਜ਼ ਦੇ ਨਾਲ ਸਭ ਤੋਂ ਵੱਧ ਸੰਵੇਦਨਸ਼ੀਲ ਹੋ ਸਕਦੇ ਨੇ। ਇਹ ਰਿਪੋਰਟਸ ਦੀ ਬਾਵਜੂਦ ਵੀ ਉੱਥੇ ਕੋਈ ਜਾਲ ਨਾ ਵਿਛਾਏ ਗਏ, ਕੋਈ ਜਾਲ ਨਾ ਲਾਏ ਗਏ। ਇਹ ਵੀ ਪਤਾ ਲੱਗਾ ਕਿ ਘੱਟੋ ਘੱਟ 6 ਵਾਰ ਲਿਖਤੀ ਰੂਪ ਦੇ ਵਿੱਚ ਦੇਣ ਦੇ ਬਾਵਜੂਦ ਵੀ ਕੋਈ ਸਰਵੇਲੈਂਸ ਟੈਕਨੋਲੋਜੀ ਨਾ ਫਿੱਟ ਕੀਤੀ ਗਈ। ਪੰਜਾਬ ਦੇ ਵਿੱਚ ਇੱਕ BSF ਦੇ ਅਫਸਰ ਦਾ ਵੀ ਇਸ ਕਿਤਾਬ ਦੇ ਵਿੱਚ ਹਵਾਲਾ ਦਿੱਤਾ ਹੋਇਆ ਹੈ ਕਿ ਜ਼ਮੀਨ ਤੇ ਫੋਰਸ ਦੇ ਜਵਾਨ ਬੜੇ ਘੱਟ ਸੀ, ਕਿਉਂਕਿ ਕਸ਼ਮੀਰ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਐਕਟੀਵਿਟੀ ਜ਼ਿਆਦਾ ਵੱਧ ਚੁੱਕੀ ਸੀ। ਵਾਰ-ਵਾਰ ਜਵਾਨਾਂ ਦੀ ਮੰਗ ਕੀਤੀ ਗਈ ਕਿ ਇੱਥੇ ਹੋਰ ਜਵਾਨ ਭੇਜੇ ਜਾਣ। ਉਹ ਕਹਿੰਦੇ 6 ਵਾਰ ਲਿਖਤੀ ਰੂਪ ਦੇ ਵਿੱਚ ਮੰਗ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਮੰਗ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਗਿਆ। ਹੁਣ ਜੇ ਸਾਰੀ ਘਟਨਾ ਮੈਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਵਿਚਾਰਨੀ ਹੋਵੇ ਤਾਂ ਜਿੱਥੇ ਅਸੀਂ ਆਪਣੇ ਆਪ ਨੂੰ ਯੋਧੇ ਕਹਿੰਦੇ ਹਾਂ, ਉੱਥੇ ਤੁਹਾਨੂੰ ਪਤਾ ਹੈ ਕਿ ਇੱਕ SP ਦਾ ਨਾਮ ਵੀ ਇਹਦੇ ਵਿੱਚ ਗੂੰਜਿਆ ਸੀ ਤੇ ਇਹਦੇ ਵਿੱਚ ਬਹੁਤ ਸਾਰੇ ਪੰਜਾਬੀ ਸੀ। ਇਹਦਾ ਮਤਲਬ ਗਦਾਰ ਵੀ ਵਿੱਚ ਹੈਗੇ ਨੇ। ਦੂਸਰੀ ਗੱਲ, ਜੇ BSF ਦੇ ਅਫਸਰ ਕਹਿੰਦੇ ਆ ਕਿ ਅਸੀਂ ਲਿਖਤੀ ਰੂਪ ਦੇ ਵਿੱਚ ਮੰਗ ਕਰਦੇ ਰਹੇ, ਜਾਂ ਜਿਹੜੀਆਂ 4 ਰਿਪੋਰਟਸ ਇਸ ਗੱਲ ਦਾ ਜ਼ਿਕਰ ਕਰ ਰਹੀਆਂ ਨੇ ਕਿ ਆਖਿਆ ਸੀ ਕਿ 91 ਕਿਲੋਮੀਟਰ ਲੰਬੀ ਸਰਹੱਦ ਰਾਵੀ ਦਰਿਆ ਜਿੱਥੋਂ ਦੀ ਲੰਘ ਕੇ ਘੁਸਪੈਠੀਏ ਆ ਸਕਦੇ ਨੇ, ਕੋਈ ਉੱਥੇ ਸਰਵੇਲੈਂਸ ਕੈਮਰੇ ਲਾ ਦਿਓ, ਉੱਥੇ ਕੋਈ ਜਾਲ ਲਾ ਦਿਓ, ਨਹੀਂ ਸੀ ਲਾਏ ਗਏ। ਇਹਦੇ ਬਾਵਜੂਦ ਵੀ ਸਭ ਕੁਝ ਹੋਇਆ, ਪਰ 에ਅਰਵੇਜ਼ ਤੇ ਹਮਲਾ ਕਰਵਾਉਣ ਦੇ ਵਾਸਤੇ ਕੁਝ ਲੋਕਲ ਲੋਕਾਂ ਨੇ ਅਤੇ ਕੁਝ ਲੋਕਲ ਪੁਲਿਸ ਅਫਸਰਾਂ ਨੇ ਇਸ ਕਿਤਾਬ ਦੇ ਜਿਹੜੇ ਹਵਾਲੇ ਨੇ ਉਹ ਦੱਸ ਰਹੇ ਨੇ ਕਿ ਮਦਦ ਕੀਤੀ ਗਈ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਵੀ ਕਰ ਦੇਣਾ ਤੇ ਸ਼ੇਅਰ ਵੀ ਕਰ ਦੇਣਾ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।